गल करांगे कोरोना वायरस दी। देश दे विच कोरोना दे मामलिਆਂ ਦੇ ਵਿੱਚ गिरावट जारी है। 24 घंटिਆਂ ਵਿੱਚ 2,22,000 नवे केस दर्ज किए गए ने, जो कि पहला नालों काफी हद तक घट ने। कोरोना नाल मौतां दा अंकड़ा भी चिंता वधा रहा है। हालांकि जो मौतां दे अंकड़े की गल की जाए तो वो उत्थे दे उत्थे ही नहीं, यानी कि मौतां दे अंकड़िਆਂ ਦੇ ਵਿੱਚ ज्यादा गिरावट दर्ज नहीं की गई। एक दिन दे विच 4400 तो वध मरीजों की मौत हो चुकी है। देश दे विच कुल मौतां दा अंकड़ा 3 लाख के पार पहुंच चुके हैं। तो भारत की गल की जाए तो भारत दे विच फिलहाल किते ना किते गिरावट जरूर दर्ज की गई है और अंकड़िਆਂ के मुताबिक भी तुहानूं समझाउण की कोशिश करांगे कि अंकड़े इस वेले की कुछ तस्वीर बयान कर रहे हैं। ਤਾਂ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਅੰਕੜਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਅਗਰ 1 ਮਹੀਨੇ ਦੀ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਹ ਅੰਕੜਾ ਵੱਧਦਾ ਜਾ ਰਿਹਾ ਸੀ, ਸਿਖਰਾਂ ਤੱਕ ਪਹੁੰਚ ਰਿਹਾ ਸੀ, ਪਰ ਹੁਣ ਕਿਤੇ ਨਾ ਕਿਤੇ ਗ੍ਰਾਫ ਜ਼ਰੂਰ ਸਲੋ ਡਾਊਨ ਹੋਇਆ, ਥੱਲੇ ਆਇਆ ਹੈ। ਅੰਕੜਿਆਂ ਦੇ ਜ਼ਰੀਏ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਿਰ ਭਾਰਤ ਦੇ ਵਿੱਚ 24 ਘੰਟੇ ਦੀ ਕੀ ਕੁਝ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ। ਨਵੇਂ ਕੇਸ 2,22,315 ਰਿਕਾਰਡ ਕੀਤੇ ਗਏ ਨੇ। ਰਿਕਵਰੀ ਰੇਟ ਦੀ ਗੱਲ ਕੀਤੀ ਜਾਵੇ ਤਾਂ 3,02,554 माफ करना 44 लोग ठीक हो चुके हैं। इस दे नाल मौतां दे अंकड़िਆਂ ਦੀ ਗੱਲ ਕੀਤੀ ਜਾਵੇ ਤਾਂ 4,454 मौतां दर्ज की गई ने। किते ना किते रिकवरी रेट भी ठीक है, यानी कि 3 लाख तो वध अजिहे लोग ने जो कि ठीक होकर बीते 24 घंटिਆਂ ਦੇ ਵਿੱਚ डिस्चार्ज हो चुके हैं। ਹੁਣ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਕਿ ਆਖਿਰ ਕੋਰੋਨਾ ਵਾਇਰਸ ਦਾ ਗ੍ਰਾਫ ਕਿੱਧਰ ਨੂੰ ਜਾ ਰਿਹਾ ਹੈ। ਕੁਝ ਦਿਨਾਂ ਦੀ ਤਸਵੀਰ ਤੁਹਾਡੇ ਸਾਹਮਣੇ ਰੱਖ ਦਿੰਨੇ ਆ। 19 ਮਈ, 20 ਮਈ, 21, 22 ਤੇ 23 5 ਦਿਨਾਂ ਦੀ ਤਸਵੀਰ ਤੁਹਾਡੀ ਟੀਵੀ ਸਕਰੀਨ ਤੇ ਹੈ। 19 ਮਈ ਨੂੰ ਬਹੁਤ ਜ਼ਿਆਦਾ ਇਜ਼ਾਫਾ ਸੀਗਾ, ਬਹੁਤ ਜ਼ਿਆਦਾ ਵਧੇ ਹੋਏ ਕੇਸ ਸੀਗੇ। 2,76,070 ਦੇ ਕਰੀਬ ਕੇਸ ਰਿਕਾਰਡ ਕੀਤੇ ਗਏ। ਉਸ ਤੋਂ ਬਾਅਦ ਰਾਹਤ ਵਾਲੀ ਗੱਲ ਇਹ ਹੈ ਕਿ ਇਹ ਗ੍ਰਾਫ ਦਿਨ ਪਰ ਦਿਨ ਥੱਲੇ ਆਉਂਦਾ ਗਿਆ ਹੈ। 20 ਮਈ ਨੂੰ ਥੋੜੇ ਹੋਰ ਕੇਸ ਘਟ ਕੇ 2,59,591 ਤੱਕ ਪਹੁੰਚੇ। 21 ਮਈ ਨੂੰ 2,57,299 ਤੱਕ ਪਹੁੰਚੇ। ਉਸ ਤੋਂ ਬਾਅਦ 22 ਮਈ ਨੂੰ 2,40,882 ਤੱਕ ਪਹੁੰਚੇ ਨੇ। और उस बाद 23 मई ਨੂੰ यानी कि 5 ਦਿਨਾਂ ਦੇ ਵਿੱਚ ਸਭ ਤੋਂ ਘੱਟ ਜਿਹੜੇ ਅੰਕੜੇ ਦਰਜ ਕੀਤੇ ਗਏ ਨੇ ਉਹ ਬੀਤੇ 24 ਘੰਟਿਆਂ ਵਿੱਚ ਕੀਤੇ ਗਏ ਨੇ। 2,22,315 ਦਾ ਅੰਕੜਾ ਦਰਜ ਕੀਤਾ ਗਿਆ ਹੈ। ਹੁਣ ਮੌਤਾਂ ਦੇ ਅੰਕੜਿਆਂ ਦੀ ਵੀ ਗੱਲ ਕਰਾਂਗੇ। ਆਖਿਰ ਦੇਸ਼ ਦੇ ਵਿੱਚ ਕੋਰੋਨਾ ਦਾ ਕਹਿਰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਹੈ, ਮੌਤਾਂ ਦਾ ਕੀ ਕੁਝ ਅੰਕੜਾ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਗ੍ਰਾਫਿਕਸ ਦੇ ਜ਼ਰੀਏ। 19 ਮਈ ਨੂੰ ਸਭ ਤੋਂ ਪਹਿਲਾਂ ਮੌਤਾਂ ਦਾ ਅੰਕੜਾ ਨਿਕਲ ਕੇ ਆਉਂਦਾ ਹੈ। 3,874 ਲੋਕਾਂ ਦਾ ਮੌਤਾਂ ਦਾ ਅੰਕੜਾ ਸੀਗਾ ਜੋ ਪੂਰੇ ਦੇਸ਼ ਦੇ ਵਿੱਚ ਰਿਕਾਰਡ ਕੀਤਾ ਗਿਆ। 20 ਮਈ ਨੂੰ ਇਹ ਗ੍ਰਾਫ ਥੋੜਾ ਹੋਰ ਵੱਧਦਾ ਹੈ, 4,209 ਤੱਕ ਪਹੁੰਚਦਾ ਹੈ ਅੰਕੜਾ। ਉਸ ਤੋਂ ਬਾਅਦ 21 ਮਈ ਨੂੰ ਥੋੜੀ ਜਿਹੀ ਗਿਰਾਵਟ ਹੁੰਦੀ ਹੈ, 4,194 ਤੱਕ ਪਹੁੰਚਦਾ ਹੈ। ਇਸ ਤੋਂ ਬਾਅਦ 22 ਮਈ ਨੂੰ ਕੁਝ ਹੋਰ ਕਾਫੀ ਹੱਦ ਤੱਕ ਗਿਰਾਵਟ ਦਰਜ ਹੋਈ ਹੈ, 3,741 ਤੱਕ ਪਹੁੰਚਦਾ ਹੈ। ਪਰ ਉਸ ਤੋਂ ਬਾਅਦ ਬੀਤੇ 24 ਘੰਟਿਆਂ ਵਿੱਚ ਇੱਕ ਵਾਰ ਫਿਰ ਤੋਂ ਮੌਤਾਂ ਦੇ ਅੰਕੜੇ ਦੇ ਵਿੱਚ ਇਜ਼ਾਫਾ ਹੋਇਆ ਹੈ, यानी कि सब तो वध 5 दिनों के विच मौतां दा अंकड़ा बीते 24 घंटिਆਂ ਦੇ ਵਿੱਚ दर्ज किया गया। 4,454 तक यह अंकड़ा पहुंच चुका है। एक पासे भारत दे विच किते ना किते कोरोना वायरस के केसेस नूं ठल पई है, किते ना किते गिरावट जरूर दर्ज की गई है। पर अगर पंजाब की गल की जाए, हालांकि इत्थे भी फ्रैश केसेस आउण दे विच किते ना किते कमी जरूर हुई है। पर अगर मौतां दे अंकड़िਆਂ की गल की जाए तो मौतां दे अंकड़े ज्यों दे त्यों ने, यानी कि इस दे विच ज्यादा कोई फर्क पैंदा होया नजर नहीं आ रहा। अगर ग्राफिक्स के जरिए समझिए तो नवे केस पंजाब दे विच 5,094 रिकॉर्ड किए गए हैं बीते 24 घंटे विच। मौतां दे अंकड़िਆਂ की गल की जाए तो 172 तक मौतां दा अंकड़ा पहुंच चुका है। और ठीक हुए केसेस की गल की जाए तो 8,275 लोग ठीक होकर बीते 24 घंटे विच रिकवर हो चुके हैं। अंकड़िਆਂ ਨੂੰ समझाउण दा मतलब यह है कि तुसी हजे भी सुचेत रहो, क्योंकि इस वेले भी हालात कह सकते हैं पूरी तरह ठीक नहीं हुए, पर किते ना किते पहला नालों बेहतर जरूर हुए ने। ਹੁਣ ਤੁਹਾਨੂੰ ਇੱਕ ਵਾਰ ਹੌਟਸਪੌਟ ਜ਼ਿਲ੍ਹਿਆਂ ਦਾ ਹਾਲ ਵੀ ਦੱਸ ਦਿੰਦੇ ਆ ਕਿ ਆਖਿਰ ਹੌਟਸਪੌਟ ਜ਼ਿਲ੍ਹਿਆਂ ਦੇ ਵਿੱਚ ਕੀ ਕੁਝ ਅੰਕੜਾ ਸਾਹਮਣੇ ਨਿਕਲ ਕੇ ਆ ਰਿਹਾ ਹੈ। ਗੱਲ ਲੁਧਿਆਣਾ ਦੀ ਵੀ ਕਰਾਂਗੇ, ਜਲੰਧਰ ਦੀ ਕਰਾਂਗੇ। ਲੁਧਿਆਣਾ ਵਿੱਚ ਸਭ ਤੋਂ ਵੱਧ ਕੇਸ ਰਿਕਾਰਡ ਕੀਤੇ ਜਾ ਰਹੇ ਨੇ। 24 ਘੰਟਿਆਂ ਵਿੱਚ 597 ਰਿਕਾਰਡ ਕੀਤੇ ਗਏ ਨੇ ਨਵੇਂ ਕੇਸ। ਜਲੰਧਰ ਦੀ ਗੱਲ ਕੀਤੀ ਜਾਵੇ ਤਾਂ 459 ਕੇਸ ਰਿਕਾਰਡ ਕੀਤੇ ਗਏ। ਮੋਹਾਲੀ ਦੀ ਗੱਲ ਕੀਤੀ ਜਾਏ ਤਾਂ 454, ਫਾਜ਼ਿਲਕਾ ਵਿੱਚ 436 ਔਰ ਬਠਿੰਡਾ ਵਿੱਚ 435 ਦਾ ਅੰਕੜਾ ਦਰਜ ਕੀਤਾ ਗਿਆ ਹੈ। एक बार मौतां दे अंकड़े की भी गल कर लैंदे आ कि आखिर 24 घंटे दे विच किन्नी मोर्टैलिटी रेट कित्थों तक पहुंचिया है। जिले वाइज तुहानूं दस दिंदे आ। लुधियाना दे विच बीते 24 घंटिਆਂ ਵਿੱਚ 20 ਲੋਕਾਂ ਨੇ ਦਮ ਤੋੜ ਦਿੱਤਾ। ਪਟਿਆਲਾ 'ਚ 19, ਬਠਿੰਡਾ 'ਚ 18, ਮੋਹਾਲੀ 'ਚ 16 ਔਰ ਇਸ ਦੇ ਨਾਲ ਅੰਮ੍ਰਿਤਸਰ ਦੇ ਵਿੱਚ 15 ਲੋਕਾਂ ਨੇ बीते 24 ਘੰਟਿਆਂ ਵਿੱਚ ਦਮ ਤੋੜ ਦਿੱਤਾ ਹੈ।
ਤਾਂ ਇੱਕ ਵਾਰ ਤੁਹਾਨੂੰ ਦੱਸ ਦਿੰਦੇ ਕਿ ਆਖਿਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ, ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੇ 5 ਦਿਨਾਂ ਦੇ ਵਿੱਚ ਕੀ ਕੁਝ ਸਲੋਪ ਦੇਖਣ ਨੂੰ ਮਿਲਿਆ ਹੈ ਕੇਸਿਸ ਦਾ। 19 ਮਈ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਕੇਸਿਸ ਰਿਕਾਰਡ ਕੀਤੇ ਗਏ ਸੀ 6407, ਉਸ ਤੋਂ ਬਾਅਦ 20 ਮਈ ਨੂੰ ਥੋੜੇ ਘਟਦੇ ਨੇ 5566 ਤੱਕ ਪਹੁੰਚਦੇ ਨੇ। 21 ਮਈ ਨੂੰ काफी अच्छी गिरावट दर्ज होंदी है 5278 तक पहुंचती है गिरावट। उस तो बाद 22 मई ਨੂੰ ਇੱਕ ਵਾਰ ਫਿਰ ਤੋਂ ਕੇਸਿਸ ਦੇ ਵਿੱਚ ਇਜ਼ਾਫਾ ਹੁੰਦਾ ਹੈ 5421 ਤੱਕ ਪਹੁੰਚਦੇ ਹੈ ਔਰ ਉਸ ਤੋਂ ਬਾਅਦ ਬੀਤੇ 24 ਘੰਟਿਆਂ ਵਿੱਚ 5000 ਤੋਂ ਵੱਧ ਯਾਨੀ ਕਿ 5094 ਕੇਸ ਰਿਕਾਰਡ ਕੀਤੇ ਗਏ ਨੇ। ਕਿਤੇ ਨਾ ਕਿਤੇ ਅੰਕੜਾ 4-5 ਦਿਨਾਂ ਤੋਂ ਲਗਭਗ 5000 ਤੇ ਸਿਮਟਿਆ ਹੋਇਆ ਹੈ ਯਾਨੀ ਕਿ 5000 ਅਜਿਹੇ ਰੋਜ਼ ਦੇ ਕੇਸ ਨੇ ਜੋ ਕਿ ਰਿਕਾਰਡ ਕੀਤੇ ਜਾ ਰਹੇ ਨੇ। ਹੁਣ ਮੌਤਾਂ ਦੇ ਅੰਕੜਿਆਂ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਆਖਿਰ 5 ਦਿਨਾਂ ਦੇ ਵਿੱਚ ਮੌਤਾਂ ਦੇ ਅੰਕੜੇ ਕੀ ਕੁਝ ਬਿਆਨ ਕਰ ਰਹੇ ਨੇ। ਮੌਤਾਂ ਦੀ ਗੱਲ ਕੀਤੀ ਜਾਏ ਤਾਂ 19 ਤਰੀਕ ਨੂੰ 208 ਲੋਕਾਂ ਨੇ ਦਮ ਤੋੜ ਦਿੱਤਾ, 20 ਮਈ ਨੂੰ 193 ਲੋਕਾਂ ਨੇ ਦਮ ਤੋੜਿਆ, 21 ਮਈ ਨੂੰ 172, 22 ਮਈ ਨੂੰ 201 ਔਰ 23 ਮਈ ਨੂੰ 172 ਯਾਨੀ ਕਿ ਅਜੇ ਵੀ ਮੌਤਾਂ ਦਾ ਅੰਕੜਾ ਕਿਤੇ ਨਾ ਕਿਤੇ 180 ਦੇ ਲਾਗੇ ਬੰਨੇ ਪਹੁੰਚਿਆ ਹੋਇਆ ਹੈ ਔਰ ਕਿਤੇ ਨਾ ਕਿਤੇ ਜ਼ਿਆਦਾ ਕੁਝ ਬਦਲਾਅ ਨਜ਼ਰ ਨਹੀਂ ਆ ਰਿਹਾ ਮੌਤਾਂ ਦੇ ਅੰਕੜਿਆਂ ਵਿੱਚ। ਹੁਣ ਤੁਹਾਨੂੰ ਇੱਕ ਵਾਰ ਰਿਕਵਰੀ ਰੇਟ ਵੀ ਦੱਸ ਦਿੰਦੇ ਕਿ ਆਖਿਰ ਪੰਜਾਬ ਦੇ ਵਿੱਚ ਰਿਕਵਰੀ ਰੇਟ ਦੇ ਕੀ ਕੁਝ ਹਾਲਾਤ ਨੇ। ਅਗਰ ਰਿਕਵਰੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕ ਜੋ ਕਿ 24 ਘੰਟਿਆਂ ਦੇ ਅੰਦਰ ਅੰਦਰ ਰਿਕਵਰ ਹੋ ਕੇ ਠੀਕ ਹੋ ਕੇ ਡਿਸਚਾਰਜ ਹੋ ਜਾਂਦੇ। 19 ਮਈ ਦੀ ਗੱਲ ਕੀਤੀ ਜਾਏ ਤਾਂ 7872 ਲੋਕਾਂ ਨੇ ਕੋਰੋਨਾ ਵਾਇਰਸ ਤੇ ਜਿੱਤ ਹਾਸਲ ਕੀਤੀ। 20 ਮਈ ਦੀ ਗੱਲ ਕੀਤੀ ਜਾਏ ਤਾਂ 8736 ਲੋਕ ਬਿਲਕੁਲ ਠੀਕ ਹੋ ਕੇ ਰਿਕਵਰ ਹੋ ਗਏ। 21 ਮਈ ਨੂੰ ਵੀ ਇਹ ਅੰਕੜਾ 8000 ਦੇ ਲਗਭਗ ਹੀ ਪਹੁੰਚਿਆ ਹੋਇਆ ਨਜ਼ਰ ਆਇਆ। 22 ਮਈ ਨੂੰ 7363 ਲੋਕਾਂ ਨੇ ਠੀਕ ਹੋ ਕੇ ਜਿੱਤ ਹਾਸਲ ਕੀਤੀ ਹੈ, ਰਿਕਵਰ ਹੋਏ ਨੇ ਔਰ 23 ਮਈ ਦੀ ਗੱਲ ਕੀਤੀ ਜਾਵੇ ਤਾਂ 8275 ਲੋਕ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਨੇ। ਤਾਂ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਿੱਥੇ ਦੇਸ਼ ਦੇ ਵਿੱਚ ਵੀ ਠੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ, ਕੇਸਿਸ ਕਿਤੇ ਨਾ ਕਿਤੇ ਘਟੇ ਨੇ, ਫਰੈਸ਼ ਕੇਸਿਸ ਘਟੇ ਨੇ ਔਰ ਉਧਰ ਹੀ ਪੰਜਾਬ ਦੇ ਵਿੱਚ ਵੀ ਕੁਝ ਅਜਿਹੀ ਤਸਵੀਰ ਹੈ ਜੋ ਫਰੈਸ਼ ਕੇਸਿਸ ਨੇ ਉਹ ਜ਼ਰੂਰ ਘਟੇ ਨੇ, ਹਾਲਾਂਕਿ ਮੌਤਾਂ ਦਾ ਜੋ ਅੰਕੜਾ ਹੈ ਉਹ ਕਿਤੇ ਨਾ ਕਿਤੇ ਉੱਥੇ ਹੀ ਬਣਿਆ ਹੋਇਆ ਹੈ। ਤਾਂ ਕਿਤੇ ਨਾ ਕਿਤੇ ਕੋਰੋਨਾ ਵਾਇਰਸ ਦੇ ਕੇਸਿਸ ਆਪਣੇ ਆਪ ਦੇ ਵਿੱਚ ਜਿੱਥੇ ਰਾਹਤ ਵਾਲੇ ਅੰਕੜਾ ਜ਼ਰੂਰ ਹੁਣ ਪੇਸ਼ ਕਰਨ ਲੱਗੇ ਨੇ, ਹੌਲੀ ਹੌਲੀ ਇਸ ਦੀ ਰਫ਼ਤਾਰ ਜਿਹੜੀ ਹੈ ਉਹ ਮੱਠੀ ਪੈਂਦੀ ਹੋਈ ਨਜ਼ਰ ਆ ਰਹੀ ਹੈ। ਉਧਰ ਇੱਕ ਹੋਰ ਦਿੱਕਤ ਆ ਗਈ ਹੈ, ਲੁਧਿਆਣਾ ਤੋਂ ਅਗਲੀ ਖਬਰ ਆ ਰਹੀ ਹੈ। ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨੇ ਹੁਣ ਟੈਂਸ਼ਨ ਵਧਾ ਦਿੱਤੀ ਹੈ। ਲੁਧਿਆਣਾ ਦੇ ਵਿੱਚ ਬਲੈਕ ਫੰਗਸ ਦੇ ਨਾਲ ਇੱਕ ਹੋਰ ਮੌਤ ਹੋਈ ਹੈ। ਹੁਣ ਤੱਕ ਲੁਧਿਆਣਾ ਦੇ ਵਿੱਚ ਬਲੈਕ ਫੰਗਸ ਦੇ ਨਾਲ 5 ਮੌਤਾਂ ਦਰਜ ਹੋ ਚੁੱਕੀਆਂ ਨੇ। ਬਲੈਕ ਫੰਗਸ ਦੇ ਕੁੱਲ 52 ਕੇਸ ਸਾਹਮਣੇ ਆ ਚੁੱਕੇ ਨੇ ਤੇ ਬਲੈਕ ਫੰਗਸ ਜਿਸ ਨੂੰ ਮਾਈਕੋਰਮਾਈਕੋਸਿਸ ਵੀ ਕਿਹਾ ਜਾਂਦਾ ਹੈ, ਖਾਸ ਕਰਕੇ ਉਹ ਲੋਕ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਜੋ ਕਿ ਡਾਇਬੀਟਿਕ ਹੋਣ, ਸ਼ੂਗਰ ਪੇਸ਼ੈਂਟਸ ਹੋਣ ਔਰ ਖਾਸ ਕਰਕੇ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਹਾਲ ਹੀ ਦੇ ਵਿੱਚ ਮਾਤ ਦਿੱਤੀ ਹੋਵੇ, ਯਾਨੀ ਕਿ ਜਦੋਂ ਕਿ ਉਹ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ ਬਾਹਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਵਲਨਰੇਬਿਲਿਟੀ ਵੱਧ ਜਾਂਦੀ ਹੈ ਬਲੈਕ ਫੰਗਸ ਦੀ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਇਲਾਜ ਵਿੱਚ ਸਟੀਰੋਇਡ ਦੀ ਵਰਤੋਂ ਕੀਤੀ ਹੋਵੇ। ਇਸ ਦੇ ਨਾਲ ਹੀ ਜੋ ਸਿਹਤ ਸਲਾਹਕਾਰ ਨੇ ਪੰਜਾਬ ਦੇ ਡਾਕਟਰ ਕੇ ਤਲਵਾਰ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ, ਡਾਕਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਵੀ ਅਜਿਹੇ ਡਾਇਬੀਟਿਕ ਮਰੀਜ਼ਾਂ ਨੂੰ ਸਟੀਰੋਇਡ ਦਿੱਤੇ ਜਾਂਦੇ ਨੇ ਤਾਂ ਪੂਰੀ ਸਹੀ ਮਾਤਰਾ ਦੇ ਵਿੱਚ ਦਿੱਤੇ ਜਾਣੇ ਚਾਹੀਦੇ ਨੇ ਕਿਉਂਕਿ ਬਲੈਕ ਫੰਗਸ ਦਾ ਅਸਰ ਉਹਨਾਂ ਦੇ ਉੱਤੇ ਨਾ ਪਵੇ, ਇਸ ਕਰਕੇ ਖਿਆਲ ਰੱਖਣਾ ਬੇहद ਜ਼ਰੂਰੀ ਹੈ। ਅਗਲੀ ਖਬਰ ਦਾ ਰੁਖ ਕਰਦੇ ਖਬਰ ਵੈਕਸੀਨ ਦੇ ਨਾਲ ਜੁੜੀ ਹੋਈ ਹੈ। ਇਸ ਵੇਲੇ ਵੈਕਸੀਨ ਦੀ ਘਾਟ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ, ਜਿਸ ਤੋਂ ਬਾਅਦ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਸੀਗਾ, ਅਪਰੋਚ ਕੀਤਾ ਗਿਆ ਸੀ, ਸਿੱਧੇ ਪਹੁੰਚ ਕੀਤੀ ਗਈ ਸੀ ਵੈਕਸੀਨ ਨਿਰਮਾਤਾ ਮੋਡਰਨਾ ਕੰਪਨੀ ਤੱਕ। ਕਿਹਾ ਗਿਆ ਸੀਗਾ ਕਿ ਉਹਨਾਂ ਨੂੰ ਸਟਾਕ ਉਪਲਬਧ ਕਰਵਾਇਆ ਜਾਵੇ, ਪਰ ਵੈਕਸੀਨ ਨਿਰਮਾਤਾ ਮੋਡਰਨਾ ਨੇ ਪੰਜਾਬ ਸਰਕਾਰ ਨੂੰ ਇਨਕਾਰ ਕਰ ਦਿੱਤਾ ਹੈ। ਅਸੀਂ ਸਿਰਫ ਭਾਰਤ ਸਰਕਾਰ ਦੇ ਨਾਲ ਡੀਲ ਕਰਦੇ ਆ, ਮੋਡਰਨਾ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਸੂਬਾ ਸਰਕਾਰਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਡੀਲਿੰਗ ਨਹੀਂ ਕੀਤੀ ਜਾਂਦੀ। ਗਲੋਬਲ ਟੈਂਡਰ ਦੇ ਤਹਿਤ ਪੰਜਾਬ ਸਰਕਾਰ ਨੇ ਵੈਕਸੀਨ ਮੰਗੀ ਸੀ ਔਰ ਵੈਕਸੀਨ ਬਣਾਉਣ ਵਾਲੀ ਅਮਰੀਕੀ ਕੰਪਨੀ ਹੈ ਮੋਡਰਨਾ, ਜਿਨ੍ਹਾਂ ਵੱਲੋਂ ਮਨਾਹੀ ਕਰ ਦਿੱਤੀ ਗਈ ਹੈ, ਯਾਨੀ ਕਿ ਹੁਣ ਪੰਜਾਬ ਸਰਕਾਰ ਨੂੰ ਮੋਡਰਨਾ ਵੱਲੋਂ ਵੈਕਸੀਨ ਨਹੀਂ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਮੋਡਰਨਾ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਸਿਰਫ ਉਹ ਭਾਰਤ ਸਰਕਾਰ ਦੇ ਨਾਲ ਡਾਇਰੈਕਟਲੀ ਡੀਲ ਕਰਦੇ ਨੇ, ਸੂਬਾ ਸਰਕਾਰਾਂ ਦੇ ਨਾਲ ਉਹ ਡੀਲ ਨਹੀਂ ਕਰਦੇ।
ਤਾਂ ਲਗਾਤਾਰ ਗੱਲ ਕਰ ਰਹੇ ਹਾਂ ਮੋਡਰਨਾ ਅਮਰੀਕੀ ਕੰਪਨੀ ਦੀ, ਜਿਸ ਵੱਲੋਂ ਇਨਕਾਰ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਔਰ ਵੈਕਸੀਨ ਦੀ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ, ਕਿਉਂਕਿ ਵੈਕਸੀਨ ਦੀ ਘਾਟ ਇਸ ਵੇਲੇ ਪੰਜਾਬ ਦੇ ਵਿੱਚ ਵੀ ਹੈ। ਪਰ ਮੋਡਰਨਾ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਸਿਰਫ ਭਾਰਤ ਸਰਕਾਰ ਦੇ ਨਾਲ ਡੀਲਿੰਗ ਕੀਤੀ ਜਾਵੇਗੀ, ਸੂਬਾ ਸਰਕਾਰਾਂ ਦੇ ਨਾਲ ਡੀਲਿੰਗ ਨਹੀਂ ਕੀਤੀ ਜਾਵੇਗੀ।